ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਲਹੁ ਨਿੱਕੀ ਆਖੀਐ ਖੰਡੇ ਧਾਰਹੁ ਸੁਣੀਐ ਤਿੱਖੀ। ਆਖਣ ਆਖ ਨ ਸਕੀਐ ਲੇਖ ਅਲੇਖ ਨ ਜਾਈ ਲਿਖੀ। ਗੁਰਮੁਖ ਪੰਥ ਵਖਾਣੀਐ ਅਪੜ ਨ ਸਕੈ ਇਕਤ ਵਿਖੀ। ਸਿਲ ਆਲੂਣੀ ਚਟਣੀ ਤੁਲ ਨ ਲਖ ਅਮਿਆ ਰਸ ਇਖੀ। ਗੁਰਮੁਖ ਸੁਖ ਫਲ ਪਾਇਆ ਪਾਏ ਭਗਤ ਵਿਰਲੀ ਜੋ ਬਿਰਖੀ। ਸਤਿਗੁਰ ਤੁਠੈ ਪਾਈਐ ਸਾਧ ਸੰਗਤ ਗੁਰਮਤਿ ਗੁਰ ਸਿੱਖੀ। ਚਾਰ ਪਦਾਰਥ ਭਿਖਕ ਭਿਖੀ। ਚਾਰ ਪਦਾਰਥ ਭਿਖਕ ਭਿਖੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਗੱਦੀ 'ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਅੱਜ ਭਾਈ ਗੁਰਦਾਸ ਜੀ ਦੀ 28ਵੀਂ ਵਾਰ ਆਰੰਭ ਹੋਈ ਹੈ। ਇਸ 28ਵੀਂ ਵਾਰ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਗੁਰਸਿੱਖੀ ਦੇ ਬਿਖਮ ਮਾਰਗ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਦੀ ਨਿਸ਼ਕਾਮ ਸੇਵਾ ਕਰਕੇ, ਗੁਰੂ ਦਾ ਹੁਕਮ ਮੰਨ ਕੇ, ਗੁਰੂ ਬਚਨਾਂ ਦੀ ਕਮਾਈ ਕਰਕੇ ਫਿਰ ਹੀ ਸਿੱਖੀ ਦੀ ਦਾਤ ਪ੍ਰਾਪਤ ਹੁੰਦੀ ਹੈ। ਸਿੱਖੀ ਹੈ ਬਹੁਤ ਅਮੋਲਕ, ਪਰ ਸਿੱਖੀ ਦੀ ਕਮਾਈ ਕਰਨੀ ਬੜੀ ਕਠਿਨ ਹੈ। ਵਿਰਲੇ ਨੇ ਭਾਵਨਾ ਵਾਲੇ, ਗੁਰੂ ਕੇ ਪਿਆਰ ਵਾਲੇ ਸਿੱਖ ਜਿਹੜੇ ਸਿੱਖੀ ਦੀ ਕਮਾਈ ਕਰਦੇ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਵਾਰ ਦੇ ਵਿੱਚ ਗੁਰਸਿੱਖੀ ਦਾ ਜ਼ਿਕਰ ਕੀਤਾ ਹੈ। ਸੋ ਆਪ ਜੀ ਨੇ ਪਹਿਲੀ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ ਪਹਿਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹੈ ਗੁਰਸਿੱਖੀ ਦਾ ਮਾਰਗ ਬਹੁਤ ਔਖਾ ਹੈ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰਮਾਤਮਾ ਇੱਕ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਵਾਲਹੁ ਨਿੱਕੀ ਆਖੀਐ ਖੰਡੇ ਧਾਰਹੁ ਸੁਣੀਐ ਤਿੱਖੀ। ਗੁਰੂ ਦਾ ਸਿੱਖ ਉਹ ਹੈ ਜਿਹੜਾ
ਗੁਰੂ ਬਚਨਾਂ ਦੇ ਉੱਤੇ ਪਹਿਰਾ ਦਿੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਸਿੱਖੀ ਦੀ ਮਹਾਨਤਾ ਨੂੰ ਦਰਸਾਇਆ ਹੈ। ਤੇ ਸਿੱਖ ਉਹ ਹੈ ਜਿਹੜਾ ਗੁਰੂ ਦੇ ਬਚਨਾਂ ਨੂੰ ਕਮਾਵੇ। ਗੁਰ ਸਿੱਖ ਮੀਤ ਚੱਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨਹੁ, ਹਰ ਹਰ ਕਥਾ ਨਿਰਾਲੀ। ਮਹਾਰਾਜ ਬਚਨ ਕਰਦੇ ਹੈ, ਇਹ ਗੁਰਸਿੱਖ ਮਿੱਤਰੋ, ਗੁਰੂ ਦੀ ਜੋ ਚਾਲ ਹੈ, ਗੁਰੂ ਦੀ ਜੋ ਮਰਿਆਦਾ ਦੱਸੀ ਹੈ ਨਾ, ਉਹਦੇ ਮੁਤਾਬਕ ਚੱਲੋ। ਜੋ ਗੁਰੂ ਕਹਿੰਦਾ ਹੈ ਉਸ ਨੂੰ ਭਲਾ ਕਰਕੇ ਸੀਸ ਝੁਕਾ ਕੇ ਮੰਨ ਲਓ। ਗੁਰੂ ਕੀ ਸਿੱਖੀ ਕਮਾਉਣੀ ਬਹੁਤ ਔਖੀ ਹੈ। ਸਿੱਖੀ ਦਾ ਮਾਰਗ ਇਹ ਬੜਾ ਬਿਖਮ ਹੈ। ਹਰ ਬੰਦਾ ਇਸ ਦੇ ਉੱਤੇ ਸਫ਼ਰ ਨਹੀਂ ਕਰ ਸਕਦਾ। ਇਹੀ ਕਾਰਨ ਸਿੱਖੀ ਦੇ ਮਾਰਗ 'ਤੇ ਚੱਲਣ ਵਾਲੇ ਘੱਟ ਲੋਕ ਨਜ਼ਰ ਆਉਂਦੇ ਹੈ। ਕੀਮਤੀ ਸ਼ੈਆਂ ਜਿਹੜੀਆਂ ਹੁੰਦੀਆਂ ਨੇ ਉਹ ਟਾਵੀਆਂ ਟਾਵੀਆਂ ਵਿਰਲੀਆਂ ਹੁੰਦੀਆਂ ਨੇ। ਲਾਲ ਹੀਰੇ ਜਵਾਹਰਾਤ ਇਹਨਾਂ ਦੀਆਂ ਦੁਕਾਨਾਂ ਬੜੀਆਂ ਵਿਰਲੀਆਂ ਮਿਲਣਗੀਆਂ। ਹੋਰ ਜੋ ਸ਼ੈਆਂ ਵਸਤੂਆਂ ਨੇ ਉਹਨਾਂ ਦੀਆਂ ਦੁਕਾਨਾਂ ਬਹੁਤ ਮਿਲ ਜਾਂਦੀਆਂ ਨੇ। ਲਾਲ ਹੀਰੇ ਮੂੰਗੇ ਪੰਨੇ ਇਹ ਬੜੇ ਕੀਮਤੀ ਨੇ। ਤੋ ਗੁਰਸਿੱਖੀ ਮਾਰਗ ਜਿਹੜਾ ਹੈ ਇਹ ਬਿਖਮ ਹੈ। ਇਹਦੇ 'ਤੇ ਚੱਲਣ ਵਾਲੇ ਲੋਕਾਂ ਦੀ ਬਹੁਤੀ ਭੀੜ ਨਹੀਂ ਹੁੰਦੀ, ਵਿਰਲੇ ਨੇ। ਭਾਈ ਗੁਰਦਾਸ ਸਾਹਿਬ ਜੀ ਬਚਨ ਕਰ ਰਹੇ ਨੇ, ਵਾਲਹੁ ਨਿੱਕੀ ਆਖੀ ਹੈ। ਗੁਰੂ ਦੀ ਸਿੱਖੀ ਜਿਹੜੀ ਹੈ ਇਹ ਵਾਲ ਤੋਂ ਵੀ ਨਿੱਕੀ, ਬਰੀਕ, ਸੂਖਮ ਕਹੀ ਦੀ ਹੈ। ਖੰਡੇ ਧਾਰਹੁ ਸੁਣੀਐ ਤਿੱਖੀ। ਤੇ ਗੁਰ ਸਿੱਖੀ ਜਿਹੜੀ ਹੈ ਇਹ ਖੰਡੇ ਦੀ ਧਾਰ ਤੋਂ ਵੀ ਤਿੱਖੀ ਸੁਣੀ ਜਾਂਦੀ ਹੈ। ਖੰਡੇ ਦੀ ਧਾਰ ਉੱਤੇ ਚੱਲਣ ਵਾਲੀ ਗੱਲ ਹੈ। ਖੰਡੇ ਦੀ ਧਾਰ ਦੇ ਉੱਤੇ ਮੱਛਰ ਹੀ ਤੁਰ ਸਕਦਾ ਹੈ, ਪਰ ਜੇ ਉਹ ਜ਼ਹਿਰੀਲਾ ਹੈ, ਡੰਗ ਮਾਰਦਾ ਹੈ, ਮੱਛਰ ਵਾਂਗ ਨਿੱਕਾ ਵੀ ਬਣ ਗਿਆ, ਪਰ ਜੇ ਉਹਦੇ ਅੰਦਰ ਸੂਖਮ ਹਉਂ ਰਹਿ ਗਈ, ਬਰੀਕ ਹਉਮੈ ਦਾ ਡੰਗ ਮਾਰਦਾ ਹੈ, ਤਾਂ ਵੀ ਉਹ ਗੁਰੂ ਨੂੰ ਪ੍ਰਵਾਨ ਨਹੀਂ ਹੈ। ਸੋ ਵਾਲ ਤੋਂ ਇਹ ਸੂਖਮ ਕਹੀ ਦੀ ਹੈ। ਖੰਡੇ ਦੀ ਧਾਰ ਤੋਂ, ਤਲਵਾਰ ਦੀ ਧਾਰ ਤੋਂ ਵੀ ਤਿੱਖੀ ਸੁਣੀ ਜਾਂਦੀ ਹੈ। ਆਖਣ ਆਖ ਨ ਸਕੀਐ, ਲੇਖ ਅਲੇਖ ਨ ਜਾਈ ਲਿਖੀ। ਤੇ ਸਿੱਖੀ ਦੇ ਬਾਰੇ ਜੇ ਕੋਈ ਕਹੇ ਕਿ ਮੈਂ ਪ੍ਰਸੰਗਾਂ ਨੂੰ ਕਹਿ ਕੇ ਬਿਆਨ ਕਰ ਲਵਾਂ, ਤੇ ਭਾਈ ਗੁਰਦਾਸ ਜੀ ਕਹਿੰਦੇ ਨਹੀਂ ਬਿਆਨ ਕਰ ਸਕਦਾ। ਗੱਲਾਂ ਕਰਕੇ ਸਿੱਖੀ ਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਗੁਰਸਿੱਖੀ ਦੇ ਭੇਦ ਨੂੰ ਵਖਿਆਨਾਂ ਦੇ ਨਾਲ ਨਹੀਂ ਦੱਸਿਆ ਜਾ ਸਕਦਾ। ਆਖਣ, ਆਖਣ ਤੋਂ ਭਾਵ ਹੁੰਦਾ ਪ੍ਰਸੰਗ, ਵਿਆਖਿਆਨ, ਇਹਦੇ ਨਾਲ ਨਹੀਂ ਬੋਲ ਕੇ ਦੱਸਿਆ ਜਾ ਸਕਦਾ। ਲੇਖ ਅਲੇਖ, ਗੁਰਸਿੱਖੀ ਜਿਹੜੀ ਹੈ ਇਹਦਾ ਲੇਖਾ ਵੀ ਨਹੀਂ ਕੀਤਾ ਜਾ ਸਕਦਾ। ਲੇਖੇ ਕਰਨ ਤੋਂ ਇਹ ਅਲੇਖ ਹੈ। ਦੁਨੀਆ ਦੀ ਹਰ ਵਸਤੂ ਉਹਦਾ ਲੇਖਾ ਹੋ ਸਕਦਾ, ਉਹਦੀ ਗਿਣਤੀ ਮਿਣਤੀ ਹੋ ਸਕਦੀ ਹੈ, ਪਰ ਸਿੱਖੀ ਦੀ ਕੋਈ ਗਿਣਤੀ ਮਿਣਤੀ ਨਹੀਂ। ਇਸ ਮਾਰਗ 'ਤੇ ਚੱਲਦੇ ਹੋਏ ਗੁਰੂ ਕੇ ਸਿੱਖ ਗੁਰੂ ਦੀਆਂ ਖੁਸ਼ੀਆਂ ਲੈਂਦੇ ਹੈ। ਗੁਰਸਿੱਖੀ ਨੂੰ ਕਮਾਉਂਦਿਆਂ ਹੋਇਆਂ ਜੋ ਆਤਮਿਕ ਆਨੰਦ ਹੈ ਨਾ ਉਹਨਾਂ ਨੂੰ ਪ੍ਰਾਪਤ ਹੋਇਆ, ਉਹਦਾ ਕੋਈ ਲੇਖਾ ਨਹੀਂ ਹੈ। ਲੇਖੇ ਤੋਂ ਅਲੇਖ ਹੈ, ਨਾ ਜਾਈ ਲਿਖੀ। ਤੇ ਗੁਰਸਿੱਖੀ ਲਿਖੀ ਨਹੀਂ ਜਾ ਸਕਦੀ। ਇਹ ਕਮਾਉਣ ਦੀ ਬਾਤ ਹੈ, ਲਿਖ ਕੇ ਨਹੀਂ ਦੱਸਿਆ ਜਾ ਸਕਦਾ। ਗੁਰਮੁਖ ਪੰਥ ਵਖਾਣੀਐ, ਆਪੜ ਨ ਸਕੈ ਇਕਤ ਵਿਖੀ। ਗੁਰਸਿੱਖੀ ਦਾ ਜੋ ਗੁਰਮੁਖਾਂ ਦਾ ਪੰਥ ਕਿਹਾ ਜਾਂਦਾ ਹੈ, ਜੋ ਗੁਰਮੁਖਾਂ ਦਾ ਮਾਰਗ ਦੱਸਿਆ ਜਾਂਦਾ ਹੈ,
ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇੱਕ ਕਦਮ ਵੀ ਇਹਦੇ 'ਤੇ ਕੋਈ ਅੱਪੜ ਨਹੀਂ ਸਕਦਾ, ਪਹੁੰਚ ਨਹੀਂ ਸਕਦਾ। ਸਾਰੇ ਕਦਮ ਭਰਨੇ, ਸਾਰੇ ਕਦਮ ਚੱਲਣੇ ਤਾਂ ਬੜੀ ਦੂਰ ਦੀ ਗੱਲ ਹੈ, ਕੋਈ ਇੱਕ ਕਦਮ ਵੀ ਪਹੁੰਚ ਨਹੀਂ ਸਕਦਾ। ਇੱਥੋਂ ਤੱਕ ਜਿਨ੍ਹਾਂ ਨੇ ਸਿੱਖੀ ਕਮਾਈ, ਫਿਰ ਇੰਨੀ ਨਿਮਰਤਾ ਧਾਰਨ ਕੀਤੀ, ਉਹਨਾਂ ਨੇ ਵੀ ਕਿਹਾ ਮੈਂ ਤਾਂ ਇੱਕ ਕਦਮ ਚੱਲ ਕੇ ਵੀ ਨਹੀਂ ਜਾਣ ਸਕਿਆ ਸਿੱਖੀ ਨੂੰ। ਬਾਬਾ ਬੁੱਢਾ ਸਾਹਿਬ ਵਰਗੇ ਗੁਰੂ ਕੇ ਪਿਆਰੇ ਸਿੱਖ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ ਸਿੱਖੀ ਦੀ ਹੱਦ ਹੈ, ਜੋ ਕਮਾਈ ਇਹਨਾਂ ਕੀਤੀ ਹੈ, ਸਿੱਖੀ ਦੀ ਅਵਧੀ ਹੈ। ਪਰ ਬਾਬਾ ਬੁੱਢਾ ਸਾਹਿਬ ਵਿੱਚ ਇੰਨੀ ਨਿਮਰਤਾ, ਮਹਾਰਾਜ ਮੈਂ ਤਾਂ ਇੱਕ ਕਦਮ ਵੀ ਚੱਲ ਕੇ ਨਹੀਂ ਜਾਣ ਸਕਿਆ ਹਾਂ। ਸੋ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਗੁਰਮੁਖਾਂ ਦਾ ਰਸਤਾ ਕਿਹਾ ਜਾਂਦਾ ਹੈ, ਇੱਕ ਕਦਮ ਵੀ ਕੋਈ ਇਹਦੇ 'ਤੇ ਪਹੁੰਚ ਨਹੀਂ ਸਕਦਾ। ਬਾਕੀ ਕਦਮ ਤਾਂ ਭਰਨੇ ਚੱਲਣੇ ਬਹੁਤ ਦੂਰ ਦੀ ਗੱਲ ਹੈ। ਸਿਲ ਆ ਲੂਣੀ ਚਟਣੀ, ਤੁਲ ਨ ਲੱਖ ਅਮਿਆ ਰਸ ਇਖੀ। ਗੁਰਸਿੱਖੀ ਮਾਰਗ 'ਤੇ ਜਿਹੜਾ ਚੱਲਣਾ ਹੈ, ਇਹ ਇਉਂ ਹੈ, ਸਿਲ ਆ ਲੂਣੀ ਚਟਣੀ। ਅਲੂਣੀ ਸਿਲ ਚੱਟਣ ਦੇ ਬਰਾਬਰ ਹੈ। ਅਲੂਣੀ ਸਿਲ ਚੱਟਣੀ ਬੜੀ ਔਖੀ। ਸਿਲ ਪੱਥਰ, ਇੱਕ ਤਾਂ ਉਹ ਪਹਾੜਾਂ 'ਚੋਂ ਜਿਹੜੇ ਪੱਥਰ ਨਿਕਲਦੇ ਆ, ਲੂਣ ਦੇ ਢੇਲੇ, ਪਸ਼ੂ ਕਿਵੇਂ ਚੱਟਦੇ ਆ ਉਹਨਾਂ ਨੂੰ। ਪਰ ਇਹ ਜਿਹੜਾ ਮਾਰਗ ਹੈ ਨਾ ਸਿੱਖੀ ਦਾ, ਇਹ ਅਲੂਣੀ ਸਿਲਾ ਚੱਟਣ ਦੇ ਬਰਾਬਰ ਹੈ। ਬੜਾ ਬਿਖਮ ਹੈ, ਬੜਾ ਔਖਾ ਹੈ ਸਿੱਖੀ ਦਾ ਮਾਰਗ। ਤੁਲ ਨਾ ਲੱਖ ਅਮਿਆ ਰਸ ਇਖੀ। ਤੇ ਗੁਰਸਿੱਖੀ ਦਾ ਜੋ ਰਸ ਹੈ, ਗੁਰਸਿੱਖੀ ਨੂੰ ਕਮਾ ਕੇ ਜਿਹੜਾ ਰਸ, ਜਿਹੜਾ ਆਨੰਦ ਮਿਲਿਆ ਨਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਲੱਖਾਂ ਹੀ ਗੰਨੇ ਦੇ ਰਸ ਤੇ ਲੱਖਾਂ ਹੀ ਜੋ ਦੇਵਤਿਆਂ ਦੇ ਅੰਮ੍ਰਿਤ ਕਹੇ ਗਏ ਹੈ, ਇਹ ਉਹਦੀ ਬਰਾਬਰਤਾ ਨਹੀਂ ਕਰ ਸਕਦੇ। ਗੁਰਸਿੱਖੀ ਦਾ ਰਸ ਇੰਨਾ ਅਲੌਕਿਕ ਹੈ, ਗੁਰਸਿੱਖੀ ਦਾ ਕਮਾਈ ਦਾ ਆਨੰਦ ਇੰਨਾ ਵੱਖਰਾ ਹੈ ਵੀ ਲੱਖਾਂ ਗੰਨਿਆਂ ਦੇ ਰਸ ਦੀ ਮਿਠਾਸ ਵੀ ਇਹਦੀ ਬਰਾਬਰਤਾ ਨਹੀਂ ਕਰ ਸਕਦੀ ਜੋ ਮਿਠਾਸ ਸਿੱਖੀ ਦੇ ਵਿੱਚ ਹੈ। ਅਥਵਾ ਲੱਖਾਂ ਹੀ ਅੰਮ੍ਰਿਤ ਰਸ ਜਿਹੜੇ ਗੰਨੇ ਦੇ ਨੇ, ਉਹ ਗੁਰਸਿੱਖੀ ਦੇ ਮਿਠਾਸ ਰਸ ਦੇ ਬਰਾਬਰ ਨਹੀਂ ਪਹੁੰਚ ਸਕਦੇ। ਸਿੱਖੀ ਇੰਨੀ ਪਿਆਰੀ ਹੈ, ਇੰਨੀ ਮਿਠਾਸ ਵਾਲੀ ਹੈ ਗੁਰੂ ਦੀ ਸਿੱਖੀ, ਵੀ ਹੋਰ ਕੋਈ ਵੀ ਰਸ ਇਹਦੀ ਬਰਾਬਰਤਾ ਨਹੀਂ ਕਰ ਸਕਦਾ। ਗੁਰਮੁਖ ਸੁਖ ਫਲ ਪਾਇਆ, ਪਾਏ ਭਗਤ ਵਿਰਲੀ ਜੋ ਬਿਰਖੀ। ਗੁਰਮੁਖਾਂ ਨੇ ਗੁਰੂ ਦੇ ਪਾਸੋਂ ਸੁਖ ਫਲ ਦੀ ਦਾਤ ਪ੍ਰਾਪਤ ਕੀਤੀ ਹੈ। ਗੁਰਮੁਖਾਂ ਨੂੰ ਸੁਖ ਫਲ ਮਿਲਿਆ ਹੈ ਤੇ ਇਹ ਪ੍ਰੇਮਾ ਭਗਤੀ ਕਰਕੇ ਮਿਲਿਆ ਹੈ। ਪਾਏ ਭਗਤ ਵਿਰਲੀ ਜੋ ਬਿਰਖੀ, ਬਿਰਖੀ ਤੋਂ ਭਾਵ ਬਿਰਖ। ਇਹ ਪ੍ਰੇਮਾ ਭਗਤੀ ਦਾ ਜਿਹੜਾ ਫਲ ਹੈ, ਇਹ ਵਿਰਲੇ ਹੀ ਦਰਖਤਾਂ ਨੂੰ ਲੱਗਦਾ ਹੈ। ਵਿਰਲੇ ਸਰੀਰਾਂ ਦੇ ਵਿੱਚ ਪ੍ਰੇਮਾ ਭਗਤੀ ਦਾ ਫਲ ਪ੍ਰਾਪਤ ਹੁੰਦਾ, ਹਰੇਕ ਸਰੀਰ ਦੇ ਵਿੱਚ ਨਹੀਂ ਪ੍ਰਾਪਤ ਹੁੰਦਾ। ਵਿਰਲੇ ਦਰਖਤ ਦਾ ਮਤਲਬ ਵਿਰਲੇ ਸਰੀਰ ਨੇ, ਵਿਰਲੇ ਗੁਰੂ ਕੇ ਪਿਆਰੇ ਸਿੱਖ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰੂ ਦੀ ਪ੍ਰੇਮਾ ਭਗਤੀ ਸਮਾਈ ਹੈ। ਇਹ ਫਲ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ, ਉਹ ਵਿਰਲੇ ਨੇ ਸੰਸਾਰ ਦੇ ਵਿੱਚ। ਸਤਿਗੁਰ ਤੁਠੈ ਪਾਈਐ, ਸਾਧ ਸੰਗਤ ਗੁਰਮਤਿ ਗੁਰ ਸਿੱਖੀ। ਇਹ ਜਿਹੜਾ ਸੁਖ ਫਲ ਹੈ, ਇਹ ਕਦੋਂ ਪਾਇਆ ਜਾਂਦਾ ਹੈ? ਸਤਿਗੁਰ ਤੁਠੈ ਪਾਈਐ, ਜਦੋਂ ਸਤਿਗੁਰੂ ਤੁਰਠਦੇ ਹੈ। ਗੁਰੂ ਸਾਹਿਬ ਦੀ ਜਦੋਂ ਪ੍ਰਸੰਨਤਾ ਹੁੰਦੀ ਹੈ ਸਿੱਖ ਦੇ ਉੱਤੇ, ਤਾਂ ਸਿੱਖ ਇਸ ਸੁਖ ਫਲ ਨੂੰ, ਪ੍ਰੇਮਾ ਭਗਤੀ ਨੂੰ ਪਾਉਂਦਾ ਹੈ। ਕਿਵੇਂ ਪ੍ਰਾਪਤ ਕਰਦਾ ਹੈ? ਸਾਧ ਸੰਗਤ ਗੁਰਮਤਿ ਗੁਰ ਸਿੱਖੀ। ਉਹ ਸਾਧ ਸੰਗਤ ਦੇ ਵਿੱਚੋਂ ਗੁਰੂ ਦੀ ਮੱਤ ਗ੍ਰਹਿਣ ਕਰਕੇ ਗੁਰਸਿੱਖੀ ਦੀ ਦਾਤ ਪ੍ਰਾਪਤ ਕਰਦਾ ਹੈ। ਤੋ ਸਾਧ ਸੰਗਤ ਦੇ ਵਿੱਚ ਗੁਰੂ ਦੀ ਸਿੱਖਿਆ ਨੂੰ ਲੈ ਕੇ ਗੁਰਸਿੱਖੀ ਦੀ ਦਾਤ ਮਿਲਦੀ ਹੈ। ਪਰ ਮਿਲਦੀ ਉਦੋਂ ਹੈ ਜਦੋਂ ਗੁਰੂ ਦੀ ਪ੍ਰਸੰਨਤਾ ਹੋਵੇ, ਗੁਰੂ ਦੀ ਖੁਸ਼ੀ ਹੋਵੇ,
ਜਦੋਂ ਗੁਰੂ ਸਾਹਿਬ ਬਹੁਤ ਤਰੁੱਠ ਜਾਣ, ਖੁਸ਼ ਹੋ ਜਾਣ, ਉਦੋਂ ਝੋਲੀ ਦੇ ਵਿੱਚ ਸਿੱਖੀ ਦੀ ਦਾਤ ਪਾ ਦਿੰਦੇ ਹੈ। 4 ਪਦਾਰਥ ਭਿੱਖਕ ਭਿੱਖੀ। ਜਿਹੜੇ ਵੀ ਸਤਿਗੁਰੂ ਮਹਾਰਾਜ ਜੀ ਦੇ ਦਰ 'ਤੇ ਆਉਂਦੇ ਹੈ, ਮਹਾਰਾਜ ਜੀ ਆਪਣੇ ਦਰ 'ਤੇ ਆਏ ਮੰਗਤਿਆਂ ਨੂੰ 4 ਪਦਾਰਥਾਂ ਦੀ ਭਿੱਖਿਆ ਪਾ ਦਿੰਦੇ ਹੈ। ਧਰਮ, ਅਰਥ, ਕਾਮ, ਮੋਕਸ਼, ਇਹ 4 ਪਦਾਰਥ ਮਹਾਰਾਜ ਜੀ ਉਹਦੀ ਝੋਲੀ ਵਿੱਚ ਪਾ ਦਿੰਦੇ ਹੈ। ਐਸੀ ਕਿਰਪਾ ਕਰਦੇ ਹੈ ਸਤਿਗੁਰੂ ਪਾਤਸ਼ਾਹ ਜੀ ਸਿੱਖ ਦੇ ਉੱਤੇ। ਅਗਲੀ ਦੂਸਰੀ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਹੈ, ਜਿਹੜਾ ਗੁਰੂ ਕਾ ਸਿੱਖ ਹੈ ਨਾ, ਸਿੱਖੀ ਦੀ ਕਮਾਈ ਕਰਦਾ, ਉਹ ਨਿਸ਼ਕਾਮ ਰਹਿੰਦਾ ਹੈ। ਉਹਦੇ ਮਨ ਦੇ ਵਿੱਚ ਕਾਮਨਾ ਕੋਈ ਨਹੀਂ ਹੁੰਦੀ। 4 ਪਦਾਰਥ ਆਖੀਆਂ ਸਤਿਗੁਰ ਦੇ, ਨਾ ਗੁਰ ਸਿੱਖ ਮੰਗੈ। 4 ਪਦਾਰਥ ਕਹੇ ਜਾਂਦੇ ਹੈ, ਧਰਮ, ਅਰਥ, ਕਾਮ, ਮੋਕਸ਼। ਆਪਾਂ ਬਾਣੀ ਵਿੱਚ ਵੀ ਪੜ੍ਹਦੇ ਹਾਂ, 4 ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਇਹ ਜਿਹੜੇ 4 ਪਦਾਰਥ ਕਹੇ ਜਾਂਦੇ ਹੈ, ਸਤਿਗੁਰ ਦੇ, ਸਤਿਗੁਰੂ ਜੀ ਆਪਣੇ ਗੁਰਸਿੱਖ ਨੂੰ ਦਿੰਦੇ ਹੈ, ਸਿੱਖ ਦੀ ਝੋਲੀ ਵਿੱਚ ਪਾ ਦਿੰਦੇ ਹੈ। ਨਾ ਗੁਰਸਿੱਖ ਮੰਗੈ, ਪਰ ਗੁਰੂ ਕਾ ਸਿੱਖ ਕਦੇ ਮੰਗਦਾ ਨਹੀਂ, ਕਦੇ ਨਹੀਂ ਮਹਾਰਾਜ ਨੂੰ ਕਹਿੰਦਾ ਵੀ ਮਹਾਰਾਜ ਇਹ 4 ਪਦਾਰਥ ਮੈਨੂੰ ਚਾਹੀਦੇ ਹੈ। ਗੁਰਸਿੱਖੀ ਨੂੰ ਕਮਾਉਣ ਵਾਲਾ ਸਿੱਖ, ਉਹਦੇ ਅੰਦਰ ਕਿਸੇ ਵਸਤੂ ਨੂੰ ਪ੍ਰਾਪਤ ਕਰਨ ਦੀ ਚਾਹਨਾ ਹੁੰਦੀ ਹੀ ਨਹੀਂ ਹੈ, ਕੋਈ ਇੱਛਾ ਹੀ ਨਹੀਂ ਹੁੰਦੀ। ਸਿੱਖੀ ਦੀ ਕਮਾਈ ਕਰਕੇ ਤਾਂ ਉਹਦੀਆਂ ਸਾਰੀਆਂ ਹੀ ਇੱਛਾਵਾਂ ਦਾ ਦਮਨ ਹੋ ਜਾਂਦਾ ਹੈ, ਖਾਤਮਾ ਹੋ ਜਾਂਦਾ ਹੈ। ਗੁਰਸਿੱਖ ਮੰਗਦਾ ਨਹੀਂ, ਸਤਿਗੁਰੂ ਦਿੰਦੇ ਹੈ। 8 ਸਿੱਧੀ ਨਿਧੀ ਨਵੈ, ਰਿੱਧ ਨ ਗੁਰਸਿੱਖ ਢਾਕੈ ਟੰਗੈ। 8 ਸਿੱਧੀਆਂ, 9 ਨਿਧੀਆਂ ਔਰ ਇਸੇ ਤਰ੍ਹਾਂ ਰਿੱਧੀਆਂ, ਇਹ ਜਿਹੜੀਆਂ ਸਾਰੀਆਂ ਨੇ, ਗੁਰਸਿੱਖ ਲੋੜ ਪੈਣ 'ਤੇ ਵੀ ਨਹੀਂ ਮੰਗਦਾ ਇਹਨਾਂ ਨੂੰ, ਕਦੇ ਇਹਨਾਂ ਦੀ ਮੰਗ ਕਰਦਾ ਹੀ ਨਹੀਂ ਹੈ। ਜਾਂ ਢਾਕੈ ਟੰਗੈ ਦਾ ਅਰਥ ਹੈ ਵੀ ਉਹ ਕਦੇ ਵੀ ਸਿੱਖ ਜਿਹੜਾ ਨਾ, ਇਹਨਾਂ ਰਿੱਧੀਆਂ ਸਿੱਧੀਆਂ ਨੂੰ ਆਪਣੇ ਪਿੱਛੇ ਨਹੀਂ ਟੰਗੀ ਫਿਰਦੇ, ਇਹਨਾਂ ਦੀ ਇੱਛਾ ਹੀ ਨਹੀਂ ਰੱਖਦੇ। ਨਾ ਰਿੱਧੀ ਚਾਹੀਦੀ, ਨਾ ਸਿੱਧੀ ਚਾਹੀਦੀ, ਨਾ ਨਿੱਧੀ ਚਾਹੀਦੀ, ਕੁਛ ਨਹੀਂ ਚਾਹੀਦਾ। ਬਸ ਗੁਰੂ ਦੀ ਪ੍ਰਸੰਨਤਾ ਚਾਹੀਦੀ। ਗੁਰੂ ਖੁਸ਼ ਹੋ ਗਿਆ, ਰਿੱਧੀਆਂ ਸਿੱਧੀਆਂ ਨਿੱਧੀਆਂ ਤਾਂ ਫਿਰ ਕਿਤੇ ਦੂਰ ਦੀ ਗੱਲ ਰਹਿ ਗਈ। ਸੋ ਕਦੇ ਵੀ ਸਿੱਖ ਇਹਨਾਂ ਦੀ ਇੱਛਾ ਨਹੀਂ ਕਰਦਾ। ਕਾਮ ਧੇਣ ਲਖ ਲਖਮੀ, ਪਹੁੰਚ ਨ ਹੰਗੈ ਢੰਗ ਸੁਟੰਗੈ। ਲੱਖਾਂ ਹੀ ਕਾਮ ਧੇਣ ਤੇ ਲਖਮੀਆਂ ਜਿਹੜੀਆਂ ਨੇ, ਇਹ ਬਨਾਵਟਾਂ ਬਣਾ ਕੇ ਗੁਰੂ ਦੇ ਸਿੱਖ ਕੋਲ ਪਹੁੰਚ ਨਹੀਂ ਸਕਦੀਆਂ। ਭਾਵ ਇਹ ਹੈ ਵੀ ਜਿਹੜਾ ਗੁਰੂ ਦਾ ਸਿੱਖ ਹੈ ਨਾ, ਉਹਨੂੰ ਇਹ ਚੀਜ਼ਾਂ ਮੋਹਿਤ ਨਹੀਂ ਕਰ ਸਕਦੀਆਂ। ਲੱਖਾਂ ਕਾਮ ਧੇਣ, ਲੱਖਾਂ ਲਖਮੀਆਂ ਸਿੱਖ ਨੂੰ ਆਪਣੇ ਮੋਹ ਜਾਲ ਵਿੱਚ ਨਹੀਂ ਫਸਾ ਸਕਦੀਆਂ। ਸੰਸਾਰ ਦੇ ਲੋਕ, ਕੋਈ ਕਾਮ ਧੇਣ ਨੂੰ ਚਾਹੁੰਦਾ ਹੈ, ਕੋਈ ਲਖਮੀ ਚਾਹੁੰਦਾ ਹੈ, ਮਾਇਆ ਚਾਹੁੰਦਾ ਹੈ। ਸਿੱਖ ਦੀ ਇੱਛਾ ਹੀ ਨਹੀਂ ਕਰਦਾ, ਕਿਉਂਕਿ ਸਿੱਖ ਨੂੰ ਪਤਾ ਹੈ ਗੁਰੂ ਕੀ ਬਾਣੀ ਪੜ੍ਹ ਕੇ ਸੋਝੀ ਆਈ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਸਿੱਖ ਨੂੰ ਸੋਝੀ ਹੈ ਇਸ ਗੱਲ ਦੀ। ਸੋ ਲੱਖਾਂ ਕਾਮ ਧੇਣ, ਲੱਖਾਂ ਹੀ ਲਖਮੀਆਂ ਬਨਾਵਟਾਂ ਬਣਾ ਕੇ ਵੀ ਸਿੱਖ ਤੱਕ ਇਹ ਪਹੁੰਚ ਨਹੀਂ ਸਕਦੇ, ਸਿੱਖ ਨੂੰ ਆਪਣੇ ਮੋਹ ਵਿੱਚ ਨਹੀਂ ਫਸਾ ਸਕਦੇ। ਲੱਖ ਪਾਰਸ ਲਖ ਪਾਰ ਜਾਤ, ਹੱਥ ਨ ਸ਼ੋਹਦਾ ਫਲ ਨ ਅਭੰਗੈ। ਲੱਖਾਂ ਹੀ ਪਾਰਸ ਤੇ ਲੱਖਾਂ ਹੀ ਕਲਪ ਬ੍ਰਿਸ਼, ਸਿੱਖ ਇਹਨਾਂ ਨੂੰ ਆਪਣੇ ਹੱਥ ਨਾਲ ਛੂੰਹਦਾ ਤੱਕ ਨਹੀਂ ਹੈ, ਟੱਚ ਵੀ ਨਹੀਂ ਕਰਦਾ ਇਹਨਾਂ ਨੂੰ। ਕਹਿੰਦਾ ਮੈਂ ਪਾਰਸ ਤੋਂ ਕੀ ਕਰਨਾ ਹੈ, ਮੇਰੇ ਕੋਲ ਤਾਂ ਗੁਰੂ ਪਾਰਸ ਹੈ। ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ।
मैं बाहर दे पत्थरां तों की कराउणा है। लख पार जात ते लखां पार जात कल्प बृछ, ਕਹਿੰਦੇ ਆ ਜਿਹਦੇ ਕੋਲ ਹੋਵੇ ਉਹਦੀ ਇੱਛਾ ਪੂਰੀ ਹੁੰਦੀ ਹੈ, ਉਹੀ ਫਲ ਮਿਲਦਾ ਜੋ ਮੰਗੇ। ਭਾਈ ਗੁਰਦਾਸ ਜੀ ਕਹਿੰਦੇ ਲੱਖਾਂ ਹੀ ਪਾਰਸ, ਲੱਖਾਂ ਹੀ ਕਲਪ ਬ੍ਰਿਛ, ਹੱਥ ਨਾ ਛੂਹਦਾ। ਗੁਰੂ ਕਾ ਸਿੱਖ ਹੱਥ ਦੇ ਨਾਲ ਛੂਹਦਾ ਤੱਕ ਨਹੀਂ। ਫਲ ਨਾ ਅਭੰਗੈ, ਕਿਉਂਕਿ ਸਿੱਖ ਨੂੰ ਪਤਾ ਹੈ ਇਹਨਾਂ ਦਾ ਜਿਹੜਾ ਫਲ ਹੈ ਉਹ ਅਭੰਗ ਨਹੀਂ ਹੈ। ਭਾਵ ਇਹ ਹੈ ਵੀ ਇਹਨਾਂ ਦਾ ਫਲ ਜਿਹੜਾ ਨਾ ਲੱਖਾਂ ਪਾਰ ਜਾਤ ਅਤੇ ਲੱਖਾਂ ਹੀ ਪਾਰਸਾਂ ਦਾ ਫਲ ਜਿਹੜਾ ਨਾ ਉਹ ਭੰਗ ਹੋ ਜਾਣਾ ਵਾਲਾ, ਨਾਸ਼ ਹੋ ਜਾਣ ਵਾਲਾ ਹੈ, ਤੁੱਛ ਜਿਹਾ ਫਲ ਹੈ। ਮੈਂ ਤਾਂ ਉਸ ਸੁੱਖ ਫਲ ਨੂੰ ਪ੍ਰਾਪਤ ਕੀਤਾ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ। ਸੋ ਇਸ ਲਈ ਇਹਨਾਂ ਨੂੰ ਹੱਥ ਵੀ ਨਹੀਂ ਲਾਉਂਦਾ ਗੁਰੂ ਕਾ ਸਿੱਖ। ਤੰਤ ਮੰਤ ਪਾਖੰਡ ਲਖ, ਬਾਜੀਗਰ ਬਾਜਾਰੀ ਨੰਗੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ ਤੰਤਰ ਮੰਤਰ ਅਤੇ ਲੱਖਾਂ ਹੀ ਪਖੰਡ ਕਰਨ ਵਾਲੇ ਜਿਹੜੇ ਲੋਕ ਨੇ, ਨੰਗੈ ਤੋਂ ਭਾਵ ਠੱਗ, ਬੇਸ਼ਰਮ, ਬਾਜ਼ਾਰੀ, ਉਹ ਤਮਾਸ਼ੇ ਕਰਨ ਵਾਲੇ ਲੋਕ ਨੇ। ਗੁਰਸਿੱਖੀ ਮਾਰਗ ਬੜੀ ਦੂਰ ਦੀ ਗੱਲ ਹੈ। ਸਿੱਖ ਕਦੇ ਵੀ ਤੰਤਰਾਂ ਮੰਤਰਿਆਂ, ਧਾਗਿਆਂ, ਤਵੀਤਾਂ ਦੇ ਵਿੱਚ, ਪਖੰਡਾਂ ਦੇ ਵਿੱਚ ਨਹੀਂ ਪੈਂਦਾ। ਅਤੇ ਜਿਹੜੇ ਲੱਖਾਂ ਹੀ ਪਖੰਡ ਤੰਤਰ ਮੰਤਰ ਕਰਦੇ ਹੈ ਉਹ ਠੱਗ, ਬੇਸ਼ਰਮ, ਬਾਜ਼ਾਰੀ, ਤਮਾਸ਼ੇ ਕਰਨ ਵਾਲੇ ਹੈ। ਪੀਰ ਮੁਰੀਦੀ ਗਾਖੜੀ, ਇਕਸ ਅੰਗ ਨਾ ਅੰਗਣ ਅੰਗੈ। ਪੀਰਾਂ ਦੀ ਜਿਹੜੀ ਮੁਰੀਦੀ ਹੈ, ਪੀਰ ਦੀ ਸ਼ਾਗਿਰਦੀ ਕਰਨੀ ਬੜੀ ਔਖੀ ਹੈ। ਗਾਖੜੀ ਦਾ ਅਰਥ ਹੁੰਦਾ ਕਠਨ, ਭਾਵ ਗੁਰਸਿੱਖੀ, ਗੁਰੂ ਦੀ ਧਾਰਨ ਕਰਨੀ ਇਹ ਬੜੀ ਔਖੀ ਹੈ, ਬੜਾ ਵਿਖਮ ਮਾਰਗ ਹੈ। ਆਪਣਾ ਆਪ ਛੱਡਣਾ ਪੈਂਦਾ ਹੈ, ਪਦਾਰਥਾਂ ਦਾ, ਪਰਿਵਾਰ ਦੇ ਮੋਹ ਦਾ ਤਿਆਗ ਕਰਨਾ ਪੈਂਦਾ ਹੈ, ਸੰਸਾਰਕ ਲੋੜਾਂ ਤੋਂ ਉੱਪਰ ਉੱਠਣਾ ਪੈਂਦਾ ਹੈ, ਫਿਰ ਕਿਤੇ ਜਾ ਕੇ ਸਿੱਖੀ ਕਮਾਈ ਜਾਂਦੀ ਹੈ। ਤੋ ਗੁਰੂ ਦੀ ਸਿੱਖੀ ਕਮਾਉਣੀ ਬਹੁਤ ਔਖੀ ਹੈ। ਇਕਸ ਅੰਗ ਨਾ ਅੰਗਣ ਅੰਗੈ, ਭਾਵ ਵਿਹੜੇ ਦੇ ਪਾਸੇ ਇੱਕ ਪਾਸੇ ਨਹੀਂ, ਵਿਹੜੇ ਦੇ ਵਿੱਚ ਹੋਰ ਵਿਹੜਾ ਹੈ, ਵਿਹੜੇ ਦੇ ਵਿੱਚ ਕਈ ਵਿਹੜੇ ਨੇ, ਪੇਚ ਦੇ ਵਿੱਚ ਪੇਚ ਹੈ, ਗੁੰਝਲ ਦੇ ਵਿੱਚ ਗੁੰਝਲ ਹੈ। ਜਿਵੇਂ ਕੇਲੇ ਦੇ ਪੱਤੇ ਦੇ ਵਿੱਚ ਪੱਤਾ ਅੱਗੇ ਹੋਰ ਪੱਤੇ ਨੇ। ਕਹਿੰਦੇ ਇਹ ਐਸੀ ਬਾਤ ਹੈ ਗੁਰਸਿੱਖੀ ਦੀ ਕਮਾਉਣੀ, ਇਹਦੇ ਵਿੱਚ ਬੜੀਆਂ ਗੁੰਝਲਾਂ ਨੇ, ਬੜੀ ਬਾਰੀਕ ਹੈ, ਔਰ ਇਸ ਸਿੱਖੀ ਦੀ ਕਮਾਈ ਕਰਨੀ ਬੜੀ ਹੀ ਕਠਿਨ ਹੈ। ਗੁਰ ਸਿੱਖ ਦੂਜੈ ਭਾਵਹੁ ਸੰਗੈ। ਗੁਰੂ ਕਾ ਸਿੱਖ ਜਿਹੜਾ ਹੈ ਉਹ ਦਵੈਤ ਭਾਵ ਤੋਂ ਸਦਾ ਹੀ ਸੰਕੋਚ ਕਰਦਾ ਹੈ, ਦੋ ਦੀ ਗੱਲ ਨਹੀਂ ਕਰਦਾ, ਇੱਕ ਦੀ ਗੱਲ ਕਰਦਾ ਹੈ। ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਇੱਕ ਗੁਰੂ ਕੀ ਬਾਣੀ ਹੈ, ਇੱਕੋ ਹੀ ਗੁਰੂ ਹੈ, ਇੱਕ ਸ਼ਬਦ ਦੀ ਵਿਚਾਰ, ਏਕਤਾ ਦੀ ਗੱਲ, ਏਕਤਾ ਦੇ ਵਿੱਚ ਵਿਸ਼ਵਾਸ ਰੱਖਦਾ ਹੈ। ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਇੱਕ ਦੀ ਗੱਲ ਕਰਦਾ ਹੈ, ਇੱਕ ਗੁਰੂ ਦੇ ਨਾਲ, ਇੱਕ ਪਰਮੇਸ਼ਰ ਨਾਲ ਜੁੜਦਾ। ਸੋ ਦੂਜੇ ਭਾਵ ਤੋਂ ਗੁਰੂ ਦਾ ਸਿੱਖ ਸਦਾ ਹੀ ਸੰਕੋਚ ਕਰਦਾ ਹੈ। ਤੀਸਰੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਗੁਰਸਿੱਖੀ ਬਾਰੇ ਜਾਣਕਾਰੀ ਦੇ ਰਹੇ ਹੈ। ਗੁਰਸਿੱਖੀ ਦਾ ਸਿੱਖਣਾ, ਨਾਦ ਨਾ ਵੇਦ ਨਾ ਆਖ ਵਖਾਣੈ। ਗੁਰਸਿੱਖੀ ਦਾ ਜੋ ਸਿੱਖਣਾ ਹੈ, ਗੁਰਸਿੱਖੀ ਦੀ ਜਿਹੜੀ ਸਿੱਖਿਆ ਹੈ, ਨਾਦ ਨਾ, ਨਾਦ ਕਹਿੰਦੇ ਰਾਗ ਨੂੰ। ਗੁਰਸਿੱਖੀ ਦੀ ਸਿੱਖਿਆ ਨੂੰ ਰਾਗ ਗਾ ਨਹੀਂ ਸਕਦੇ। ਵੇਦ ਨਾ ਆਖ ਵਖਾਣੈ, ਅਤੇ ਜਿਹੜਾ ਵੇਦ ਹੈ ਉਹ ਕਹਿ ਕੇ ਬਿਆਨ ਨਹੀਂ ਕਰ ਸਕਦਾ। ਗੁਰਸਿੱਖੀ ਇੰਨੀ ਬਰੀਕ ਹੈ, ਅਮੋਲਕ ਹੈ, ਨਾ ਲਿਖੀ ਜਾ ਸਕਦੀ ਹੈ, ਨਾ ਗਾਈ ਜਾ ਸਕਦੀ ਹੈ, ਨਾ ਇਹਦੀ ਵਿਆਖਿਆ ਕੀਤੀ ਜਾ ਸਕਦੀ। ਇਹ ਕਮਾਉਣ ਦੀ ਗੱਲ ਹੈ। ਗੁਰਸਿੱਖ
ਕਮਾਈ ਕਰਦੇ। ਗੱਲਾਂ ਤਾਂ ਬੜੀਆਂ ਸੌਖੀਆਂ ਨੇ ਕਹਿਣੀਆਂ, ਸਿੱਖੀ ਧਾਰਨ ਕਰਨੀ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਾਮਦਾਨ ਇਸ਼ਨਾਨੀ ਹੋਣਾ, ਨਿਤਨੇਮੀ ਹੋਣਾ, ਗੁਰੂ ਦਾ ਹੁਕਮ ਮੰਨਣਾ, ਪੰਜਾਂ ਕਕਾਰਾਂ ਦੀ ਰਹਿਤ ਰੱਖਣੀ, 4 ਬਜ਼ੁਰਗ ਰਹਿਤਾਂ ਤੋਂ ਬਚ ਕੇ ਰੱਖਣਾ। ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ ਨੇ, ਪਰ ਜਦੋਂ ਸਿੱਖੀ ਦੇ ਨਿਯਮ, ਸਿੱਖੀ ਦੇ ਅਸੂਲ ਜੀਵਨ ਵਿੱਚ ਧਾਰਨੇ ਨੇ, ਭਾਈ ਗੁਰਦਾਸ ਜੀ ਕਹਿੰਦੇ ਉਦੋਂ ਬੜਾ ਔਖਾ ਹੈ। ਗੁਰਸਿੱਖੀ ਦਾ ਸਿੱਖਣਾ, ਗੁਰਸਿੱਖੀ ਦਾ ਜਿਹੜਾ ਸਿੱਖਣਾ ਹੈ, ਗੁਰਸਿੱਖੀ ਦੀ ਜਿਹੜੀ ਸਿੱਖਿਆ ਹੈ, ਨਾ ਤਾਂ ਉਸ ਨੂੰ ਰਾਗ ਗਾ ਸਕਦੇ ਹੈ ਤਾਂ ਨਾ ਹੀ ਵੇਦ ਉਹਦੀ ਵਿਆਖਿਆ ਕਰ ਸਕਦੇ ਹੈ। ਗੁਰਸਿੱਖੀ ਦਾ ਲਿਖਣਾ ਲੱਖ ਨ ਚਿੱਤਰ ਗੁਪਤ ਲਿਖ ਜਾਣੈ। ਗੁਰਸਿੱਖੀ ਦੀ ਜਿਹੜੀ ਲਿਖਤ ਹੈ ਉਸ ਨੂੰ ਲੱਖਾਂ ਹੀ ਚਿੱਤਰ ਗੁਪਤ ਲਿਖਣਾ ਨਹੀਂ ਜਾਣਦੇ। ਚਿੱਤਰ ਗੁਪਤ ਕਹਿੰਦੇ ਜਿਹੜੇ ਲੇਖਾ ਲਿਖਦੇ ਹੈ ਨਾ, ਲੱਖਾਂ ਹੀ ਚਿੱਤਰ ਗੁਪਤ, 1-2 ਤਾਂ ਛੱਡੋ, ਲੱਖਾਂ ਚਿੱਤਰ ਗੁਪਤ ਗੁਰਸਿੱਖੀ ਦੀ ਲਿਖਤ ਨੂੰ ਲਿਖਣਾ ਨਹੀਂ ਜਾਣਦੇ। ਗੁਰਸਿੱਖੀ ਦਾ ਸਿਮਰਨੋਂ ਸੇਖ ਅਸੰਖ ਨਾ ਰੇਖ ਸਿਆਣੈ। ਗੁਰਸਿੱਖੀ ਦਾ ਜੋ ਸਿਮਰਨ ਹੈ, ਗੁਰਸਿੱਖੀ ਦਾ ਜੋ ਚੇਤਾ ਹੈ, ਸੇਖ ਅਸੰਖ, ਅਣਗਿਣਤ ਸ਼ੇਸ਼ ਨਾਗ, ਗੁਰਸਿੱਖੀ ਦੇ ਸਿਮਰਨ ਦੀ ਹੱਦ ਨੂੰ ਨਹੀਂ ਪਛਾਣ ਸਕਦੇ। ਸ਼ੇਸ਼ ਨਾਗ ਨਿਤ ਪਰਮੇਸ਼ਰ ਦੇ ਨਵੇਂ ਨਾਂ ਲੈਂਦਾ ਹੈ, ਚੇਤੇ ਕਰਦਾ ਹੈ। ਗੁਰਸਿੱਖੀ ਦੇ ਸਿਮਰਨ ਦੀ ਜਿਹੜੀ ਰੇਖ ਹੱਦ ਹੈ, ਸਿਮਰਨ ਦੀ ਹੱਦ ਕੀ ਹੁੰਦੀ ਹੈ, ਲੱਖਾਂ ਸ਼ੇਸ਼ ਨਾਗ ਵੀ ਉਸ ਨੂੰ ਨਹੀਂ ਪਛਾਣ ਸਕਦੇ। ਇਹ ਤਾਂ ਜਿਹੜਾ ਸਿਮਰਨ ਕਰਦਾ ਨਾ, ਸਿੱਖੀ ਨੂੰ ਧਾਰ ਕੇ ਗੁਰੂ ਗੁਰੂ ਜਪਦਾ, ਗੁਰਮੰਤਰ ਦਾ ਜਾਪ ਕਰਦਾ ਹੈ, ਉਹੀ ਜਾਣਦਾ, ਉਹੀ ਸਮਝ ਸਕਦਾ ਹੈ। ਸਿਮਰਨ ਦੀ ਹੱਦ ਨੂੰ ਲੱਖਾਂ ਸ਼ੇਸ਼ ਨਾਗ ਵੀ ਨਹੀਂ ਜਾਣਦੇ। ਗੁਰਸਿੱਖੀ ਦਾ ਵਰਤਮਾਨ 20-21 ਉਲੰਘ ਪਛਾਣੈ। ਗੁਰਸਿੱਖੀ ਦਾ ਜਿਹੜਾ ਵਰਤਾਰਾ ਹੈ ਉਹ 20-21 ਇਹ ਜਿਹੜੀ ਗਿਣਤੀ ਹੈ ਨਾ, ਇਹਨੂੰ ਲੰਘ ਕੇ ਹੀ ਕੋਈ ਪਛਾਣ ਸਕਦਾ ਹੈ। ਭਾਵ ਇਹ ਹੈ ਵੀ ਤੁਰੀਆ ਅਵਸਥਾ ਦੇ ਵਿੱਚ ਪਹੁੰਚਿਆ ਹੋਇਆ ਹੀ ਕੋਈ ਗੁਰਸਿੱਖੀ ਦੇ ਵਰਤਾਰੇ ਨੂੰ ਜਾਣ ਸਕਦਾ ਹੈ। ਸਿਰਫ ਧਰਮ ਪੁਸਤਕਾਂ ਨੂੰ ਪੜ੍ਹਨ ਵਾਲਾ, ਗੱਲਾਂ ਕਰਨ ਵਾਲਾ, ਵਖਿਆਨ ਕਰਨ ਵਾਲਾ ਨਹੀਂ ਜਾਣ ਸਕਦਾ। ਇਹ ਤਾਂ ਜਿਨ੍ਹਾਂ ਦੇ ਸੀਸ ਤੇ ਆਰੇ ਚੱਲੇ ਉਹਨਾਂ ਨੂੰ ਪੁੱਛੋ, ਜਿਨ੍ਹਾਂ ਦਾ ਬੰਦ ਕਟਿਆ ਗਿਆ, ਜਿਨ੍ਹਾਂ ਦੇ ਖੋਪਰ ਲੈ ਗਏ, ਪੁੱਠੀਆਂ ਖੱਲਾਂ ਲੋਹਾ ਲਈਆਂ, ਜੰਡਾਂ ਦੇ ਨਾਲ ਸਾੜੇ ਗਏ, ਜਿਨ੍ਹਾਂ ਮਾਈਆਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ 'ਚ ਹਾਰ ਪਵਾ ਲਏ, ਉਹਨਾਂ ਨੂੰ ਪੁੱਛੋ। ਇਤਿਹਾਸ ਲਿਖਿਆ ਹੈ, ਸੁਣਾਉਂਦੇ ਆ, ਪਰ ਜਿਨ੍ਹਾਂ 'ਤੇ ਇਹ ਵਾਪਰਿਆ ਉਹਨਾਂ ਕਿੰਨੇ ਕਸ਼ਟ, ਕਿੰਨੇ ਦੁੱਖ ਚੱਲੇ। ਕਦੇ ਮਹਿਸੂਸ ਕਰਕੇ ਬੰਦਾ ਵੇਖੇ ਵੀ ਜੇ ਇਹ ਮੇਰੇ 'ਤੇ ਆਵੇ ਸਾਰਾ ਕੁਝ, ਕਿਵੇਂ ਇਸ ਨੂੰ ਮੈਂ ਚੱਲਾਂਗਾ। ਤਾਂ ਇਹ ਸਿੱਖੀ ਨੂੰ ਕਮਾਉਣਾ ਬੜਾ ਕਠਿਨ ਹੈ। ਭਾਈ ਗੁਰਦਾਸ ਜੀ ਕਹਿੰਦੇ ਆ, ਇਹ ਸਿੱਖੀ ਦਾ ਜਿਹੜਾ ਵਰਤਮਾਨ ਹੈ ਨਾ, ਸਿੱਖੀ ਦਾ ਵਰਤਾਰਾ 20-21 ਉਲੰਘ ਪਛਾਣੈ। 20-21 ਦੀ ਗਿਣਤੀ ਲੰਘ ਕੇ ਕੋਈ ਪਛਾਣ ਸਕਦਾ ਹੈ। ਤੁਰੀਆ ਅਵਸਥਾ ਵਿੱਚ ਪਹੁੰਚਿਆ ਹੋਇਆ ਹੀ ਇਹਨੂੰ ਪਛਾਣ ਸਕਦਾ ਹੈ। ਗੁਰਸਿੱਖੀ ਦਾ ਬੁੱਝਣਾ ਗਿਆਨ ਧਿਆਨ ਅੰਦਰ ਕਿਵ ਆਣੈ। ਗੁਰਸਿੱਖੀ ਦਾ ਜਿਹੜਾ ਬੁੱਝਣਾ ਹੈ, ਗੁਰਸਿੱਖੀ ਦੀ ਸਮਝ ਜਿਹੜੀ ਹੈ, ਇਹ ਗਿਆਨ ਧਿਆਨ ਵਿੱਚ ਕਿਵੇਂ ਆ ਸਕਦੀ ਹੈ? ਨਹੀਂ ਆ ਸਕਦੀ। ਬਥੇਰੀਆਂ ਲੋਕੀ ਗਿਆਨ ਦੀਆਂ ਗੱਲਾਂ ਕਰਦੇ ਆ। ਕੋਈ ਕਹਿੰਦਾ ਮੈਂ ਧਿਆਨੀ ਹਾਂ, ਧਿਆਨ ਲਾਉਣਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਨਾਂ ਲੋਕਾਂ ਦੇ ਨਾ ਗਿਆਨ ਵਿੱਚ ਤੇ ਨਾ ਧਿਆਨ ਵਿੱਚ ਗੁਰਸਿੱਖੀ ਦੀ ਸਮਝ ਆ ਸਕਦੀ ਹੈ। ਗੁਰ ਪ੍ਰਸਾਦੀ ਸਾਧ ਸੰਗ ਸ਼ਬਦ ਸੁਰਤ ਹੋਏ ਮਾਣ ਨਿਮਾਣੈ। ਹਾਂ, ਜਿਹੜਾ ਗੁਰੂ ਕਾ ਸਿੱਖ ਗੁਰੂ ਦੀ ਕਿਰਪਾ ਦੇ ਨਾਲ ਸਾਧ ਸੰਗਤ ਵਿੱਚ ਪਹੁੰਚਦਾ ਹੈ,
ਜਿਸ ਸਿੱਖ ਦੇ ਉੱਤੇ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਹੈ, ਤੇ ਸਾਧ ਸੰਗਤ ਵਿੱਚ ਜਿਹੜਾ ਸ਼ਬਦ ਸੁਰਤ ਦਾ ਮਿਲਾਪ ਕਰਕੇ ਮਾਣ ਤੋਂ ਨਿਮਾਣਾ ਹੋ ਜਾਂਦਾ ਹੈ, ਉਹ ਗੁਰਸਿੱਖੀ ਨੂੰ ਸਮਝ ਸਕਦਾ ਹੈ, ਦੂਜਾ ਨਹੀਂ। ਗਿਆਨ ਦੀਆਂ ਗੱਲਾਂ ਕਰਨ ਵਾਲਾ ਵੀ ਨਹੀਂ, ਧਿਆਨੀ ਧਿਆਨ ਲਾਉਣ ਵਾਲਾ ਵੀ ਨਹੀਂ, ਜਿਹਦੀ ਸਾਧ ਸੰਗਤ ਦੇ ਵਿੱਚ ਸ਼ਬਦ ਦੇ ਨਾਲ ਸ੍ਰੇਸ਼ਟ ਪ੍ਰੀਤੀ ਪੈ ਗਈ, ਮਾਣ ਤੋਂ ਨਿਮਾਣਾ ਹੋ ਗਿਆ, ਨਿਰਮਾਣ ਹੋ ਗਿਆ, ਉਹ ਗੁਰਸਿੱਖੀ ਨੂੰ ਸਮਝ ਸਕਦਾ ਹੈ। ਭਾਏ ਭਗਤ ਵਿਰਲਾ ਰੰਗ ਮਾਣੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਪ੍ਰੇਮਾ ਭਗਤੀ ਕਰਕੇ ਕੋਈ ਵਿਰਲਾ ਹੀ ਗੁਰੂ ਦਾ ਸਿੱਖ ਗੁਰਸਿੱਖੀ ਦੇ ਰੰਗ ਆਨੰਦ ਨੂੰ ਮਾਣ ਸਕਦਾ ਹੈ, ਹਰ ਕੋਈ ਨਹੀਂ। ਪ੍ਰੇਮਾ ਭਗਤੀ ਕਰਕੇ ਗੁਰਸਿੱਖੀ ਦਾ ਆਨੰਦ ਮਾਣਿਆ ਜਾ ਸਕਦਾ ਹੈ। ਕੋਟ ਮੱਧੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਕਰੋੜਾਂ ਦੇ ਵਿੱਚੋਂ ਕੋਈ ਗੁਰੂ ਦਾ ਸੱਚਾ ਸੇਵਕ ਵਿਰਲਾ ਹੁੰਦਾ ਹੈ। ਇਸ ਲਈ ਸਿੱਖੀ ਨੂੰ ਕਮਾਉਣਾ ਬਹੁਤ ਔਖਾ ਹੈ। ਚੌਥੀ ਪੌੜੀ ਵਿੱਚ ਭਾਈ ਗੁਰਦਾਸ ਜੀ ਦੱਸਦੇ ਹੈ, ਗੁਰੂ ਦੀ ਸਿੱਖੀ, ਇਹਦੀ ਬਰੀਕੀ ਨੂੰ, ਇਹਦੇ ਭੇਦ ਨੂੰ ਕੋਈ ਨਹੀਂ ਜਾਣ ਸਕਦਾ। ਜੇ ਕੋਈ ਕਵੇ ਵੀ ਮੈਂ ਸਿੱਖੀ ਦੇ ਭੇਦ ਨੂੰ ਸਮਝ ਲਿਆ, ਭਾਈ ਗੁਰਦਾਸ ਜੀ ਕਹਿੰਦੇ ਨਹੀਂ, ਉਹ ਐਵੇਂ ਗੱਲਾਂ ਕਰਦਾ ਹੈ। ਗੁਰਸਿੱਖੀ ਦਾ ਸਿੱਖਣਾ, ਗੁਰਮੁਖ ਸਾਧ ਸੰਗਤ ਦੀ ਸੇਵਾ। ਗੁਰਸਿੱਖੀ ਦੀ ਜਿਹੜੀ ਸਿੱਖਿਆ ਨਾ, ਇਹ ਸਾਧ ਸੰਗਤ ਦੇ ਵਿੱਚ ਗੁਰਮੁਖਾਂ ਦੀ ਸੇਵਾ ਕਰਕੇ ਮਿਲਦੀ ਹੈ। ਸਾਧ ਸੰਗਤ ਦੇ ਵਿੱਚ ਜਿਹੜੇ ਗੁਰਮੁਖ ਨੇ ਨਾ, ਨਾਮ ਰਸੀਏ, ਬੰਦਗੀ ਵਾਲੇ, ਸਾਸ ਸਾਸ ਵਾਹਿਗੁਰੂ ਜੀ ਦਾ ਸਿਮਰਨ ਕਰਨ ਵਾਲੇ, ਉਹਨਾਂ ਦੀ ਸੇਵਾ ਕਰਕੇ ਗੁਰਸਿੱਖੀ ਦੀ ਸਿੱਖਿਆ ਮਿਲਦੀ ਹੈ। 10 ਅਵਤਾਰ ਨ ਸਿੱਖਿਆ, ਗੀਤਾ ਗੋਸ਼ਟ ਅਲਖ ਅਭੇਵਾ। ਜਿਹੜੇ 10 ਅਵਤਾਰ ਹੋਏ ਨੇ ਵਿਸ਼ਨੂੰ ਦੇ, ਵਿਸ਼ਨੂੰ ਦੇ ਜਿਹੜੇ ਮੁੱਖ 10 ਅਵਤਾਰ ਹੋਏ ਨੇ, 10 ਅਵਤਾਰ ਨਾ ਸਿੱਖਿਆ, ਉਹਨਾਂ 10 ਅਵਤਾਰਾਂ ਨੇ ਵੀ ਗੁਰਸਿੱਖੀ ਦੀ ਸਿੱਖਿਆ ਨੂੰ ਨਹੀਂ ਸਿੱਖਿਆ। ਉਹਨਾਂ ਨੂੰ ਵੀ ਸਿੱਖੀ ਬਾਰੇ ਪਤਾ ਨਹੀਂ 10 ਅਵਤਾਰਾਂ ਨੂੰ। ਗੀਤਾ ਗੋਸ਼ਟ, ਤੇ ਜਿਹੜੀ ਗੀਤਾ ਦੇ ਵਿੱਚ ਗੋਸ਼ਟ ਚਰਚਾ ਹੈ, ਕ੍ਰਿਸ਼ਨ ਜੀ ਨੇ ਅਰਜਨ ਦੇ ਨਾਲ ਚਰਚਾ ਕੀਤੀ, ਸਿੱਖਿਆ ਦਿੱਤੀ। ਗੀਤਾ ਦੀ ਜਿਹੜੀ ਗੋਸ਼ਟ ਹੈ, ਗੀਤਾ ਦੀ ਜਿਹੜੀ ਚਰਚਾ ਹੈ, ਗੁਰਸਿੱਖੀ ਉਹਦੇ ਤੋਂ ਵੀ ਅਲੱਖ ਤੇ ਅਭੇਵ ਹੈ। ਗੀਤਾ ਨੇ ਵੀ ਗੁਰਸਿੱਖੀ ਦੀ ਸਿੱਖਿਆ ਨੂੰ ਨਹੀਂ ਜਾਣਿਆ ਹੈ। ਉਹ ਵੀ ਗੁਰਸਿੱਖੀ ਬਾਰੇ ਬਿਲਕੁਲ ਨਹੀਂ ਦੱਸਦੀ, ਉਹਨੂੰ ਗੀਤਾ ਨੂੰ ਵੀ ਨਹੀਂ ਪਤਾ ਗੁਰਸਿੱਖੀ ਦੇ ਬਾਰੇ। ਤਾਂ ਗੁਰਸਿੱਖੀ 10 ਅਵਤਾਰਾਂ ਨੇ ਨਹੀਂ ਸਿੱਖੀ, ਗੁਰਸਿੱਖੀ ਦੀ ਸਿੱਖਿਆ ਨੂੰ ਨਹੀਂ ਧਾਰਨ ਕੀਤਾ। ਗੀਤਾ ਦੀ ਗੋਸ਼ਟੀ ਤੋਂ ਵੀ ਇਹ ਉੱਪਰ ਦੀ ਹੈ ਗੁਰੂ ਕੀ ਸਿੱਖੀ। ਵੇਦ ਨ ਜਾਣਨ ਭੇਦ ਕਿਹੋ, ਲੇਖ ਪੜ੍ਹ ਸੁਣ ਸਣ ਦੇਵੀ ਦੇਵਾ। ਵੇਦ ਨੇ ਜਿਹੜੇ 4 ਵੇਦ, ਸਨਾਤਨ ਮਤ ਦੇ ਧਰਮ ਗ੍ਰੰਥ, 4 ਵੇਦ ਵੀ ਗੁਰਸਿੱਖੀ ਦੇ ਭੇਦ ਬਾਰੇ ਕੁਛ ਨਹੀਂ ਜਾਣਦੇ। ਉਹਨਾਂ ਨੂੰ ਵੀ ਗੁਰਸਿੱਖੀ ਦੇ ਊੜੇ ਬਾਰੇ ਵੀ ਨਹੀਂ ਪਤਾ। ਅੱਗੇ ਜਾਣਾ ਤਾਂ ਦੂਰ ਦੀ ਗੱਲ ਹੈ। 4 ਵੇਦ ਗੁਰਸਿੱਖੀ ਬਾਰੇ ਕੋਈ ਵੀ ਭੇਦ ਨਹੀਂ ਜਾਣਦੇ। ਲੇਖ ਪੜ੍ਹ ਸੁਣ ਸਣ ਦੇਵੀ ਦੇਵਾ। ਦੇਵੀ ਦੇਵਤਿਆਂ ਦੇ ਸਮੇਤ ਸਾਰੇ ਲੋਕ ਲਿਖ ਪੜ੍ਹ ਤੇ ਸੁਣ ਕੇ ਹਾਰ ਗਏ, ਪਰ ਸਿੱਖੀ ਦੇ ਭੇਦ ਨੂੰ ਨਹੀਂ ਸਮਝ ਸਕੇ। ਇਹ ਜਿਹੜਾ ਪਾਠ ਹੈ, ਲਿਖ ਪੜ੍ਹ ਸੁਣ ਸਣ ਦੇਵੀ ਦੇਵਾ, ਇਹ ਪ੍ਰਾਪਤ ਹੋਇਆ ਸਾਨੂੰ ਵੀ ਦੇਵੀ ਦੇਵਤਿਆਂ ਦੇ ਸਮੇਤ। ਸਣ ਦਾ ਅਰਥ ਹੁੰਦਾ ਸਮੇਤ, ਵੀ ਸਾਰੇ ਲੋਕ ਪੜ੍ਹ ਕੇ ਸੁਣ ਕੇ ਲਿਖ ਕੇ ਹਾਰ ਗਏ, ਪਰ ਸਿੱਖੀ ਦੇ ਭੇਦ ਨੂੰ ਨਹੀਂ ਸਮਝ ਸਕੇ। ਸਿੱਧ ਨਾਥ ਨਾ ਸਮਾਧ ਵਿੱਚ, ਤੰਤ ਨ ਮੰਤ ਲੰਘਾਇਨ ਖੇਵਾ। ਸਿੱਧ ਲੋਕ
ਨਾਥ ਲੋਕ ਜਿਹੜੇ ਨੇ ਉਹ ਸਮਾਧੀ ਵਿੱਚ ਜਾ ਕੇ ਵੀ ਸਿੱਖੀ ਦੇ ਭੇਦ ਨੂੰ ਨਹੀਂ ਸਮਝ ਸਕੇ। ਸਿੱਧ ਲੋਕ ਸਮਾਧੀਆਂ ਲਾਉਂਦੇ ਹੈ, ਨਾਥ ਨੇ ਜਿਹੜੇ ਉਹ ਵੀ ਸਮਾਧੀਆਂ ਦੇ ਵਿੱਚ ਲੰਮਾ ਸਮਾਂ ਸਥਿਤ ਹੋ ਜਾਂਦੇ, ਟਿਕ ਜਾਂਦੇ ਹੈ, ਪਰ ਉਹ ਸਮਾਧੀਆਂ ਵਿੱਚ ਜਾ ਕੇ ਵੀ ਸਿੱਖੀ ਦੇ ਭੇਦ ਨੂੰ ਨਹੀਂ ਜਾਣ ਸਕੇ। ਤੰਤ ਨਾ ਮੰਤ ਲੰਘਾਇਨ ਖੇਵਾ, ਇਸੇ ਤਰ੍ਹਾਂ ਤੰਤਰਾਂ ਮੰਤਰਾਂ ਦੇ ਖੇਵਾ ਬਥੇਰੇ ਚੱਪੂ ਮਾਰੇ ਲੋਕਾਂ ਨੇ, ਪਰ ਉਹ ਗੁਰਸਿੱਖੀ ਨੂੰ ਲੰਘ ਨਹੀਂ ਸਕੇ, ਗੁਰਸਿੱਖੀ ਤੋਂ ਅੱਗੇ ਨਹੀਂ ਲੰਘ ਸਕੇ, ਪਿੱਛੇ ਹੀ ਬਹੁਤ ਪਿੱਛੇ ਰਹਿ ਗਏ, ਭੇਦ ਨੂੰ ਸਮਝ ਹੀ ਨਹੀਂ ਸਕੇ। ਜਿੰਨੇ ਮਰਜ਼ੀ ਜਿੱਥੇ ਬਥੇਰੇ ਯਤਨ ਕੀਤੇ ਉਹਨਾਂ ਨੇ, ਤੰਤਰਾਂ ਮੰਤਰਾਂ ਦੇ ਚੱਪੂ ਮਾਰੇ, ਕਈ ਯਤਨ ਕੀਤੇ, ਪਰ ਅੱਗੇ ਨਹੀਂ ਲੰਘੇ, ਬਹੁਤ ਪਿੱਛੇ ਨੇ ਗੁਰਸਿੱਖੀ ਤੋਂ, ਗੁਰਸਿੱਖੀ ਦੇ ਭੇਦ ਨੂੰ ਨਹੀਂ ਜਾਣਦੇ। ਲੱਖ ਭਗਤ ਜਗਤ ਵਿੱਚ ਲਿਖ ਨਾ ਗਏ ਗੁਰਸਿੱਖੀ ਟੇਵਾ, ਲੱਖਾਂ ਭਗਤ ਹੋਏ ਸੰਸਾਰ ਦੇ ਵਿੱਚ, ਕੋਈ ਗਿਣਤੀ ਨਹੀਂ, ਪਰ ਉਹ ਵੀ ਗੁਰਸਿੱਖੀ ਦਾ ਟੇਵਾ ਲਿਖ ਕੇ ਨਹੀਂ ਗਏ। ਟੇਵੇ ਤੋਂ ਭਾਵ ਜੋਤਿਸ਼, ਜਨਮ ਕੁੰਡਲੀ, ਜਨਮ ਪੱਤਰੀ, ਉਹ ਸਿੱਖੀ ਦੀ ਜਨਮ ਪੱਤਰੀ ਨਹੀਂ ਲਿਖ ਸਕੇ। ਲੱਖਾਂ ਹੀ ਭਗਤ ਨੇ ਜਿਨ੍ਹਾਂ ਭਗਤੀ ਕੀਤੀ, ਹੋ ਗੁਜਰੇ ਨੇ, ਪਰ ਸਿੱਖੀ ਦਾ ਟੇਵਾ, ਸਿੱਖੀ ਦਾ ਜੋਤਿਸ਼ ਉਹ ਨਹੀਂ ਲਿਖ ਸਕੇ। ਉਹ ਇਹਦੇ ਭੇਦ ਨੂੰ ਜਾਣਦੇ ਨਹੀਂ, ਲਿਖਣ ਕੀ। ਸਿਲ ਅਲੂਣੀ ਚਟਣੀ ਸਾਧ ਨ ਪੁੱਜੈ ਲੱਖ ਲੱਖ ਮੇਵਾ, ਗੁਰਸਿੱਖੀ ਜਿਹੜੀ ਹੈ ਇਹ ਅਲੂਣੀ ਸਿਲ ਚੱਟਣ ਦੇ ਬਰਾਬਰ ਹੈ। ਅਲੂਣੀ ਸਿਲ ਚੱਟਣੀ ਕਿੰਨੀ ਔਖੀ, ਜ਼ਬਾਨ ਛਿੱਲੀ ਜਾਏਗੀ ਬੰਦੇ ਦੀ, ਕੌਣ ਚੱਟੇਗਾ ਅਲੂਣੀ ਸਿਲ ਨੂੰ? ਪੱਥਰ ਹੈ, ਕੰਕਰੀਟ ਹੈ, ਤਾਂ ਇਹ ਅਲੂਣੀ ਸਿਲ ਚੱਟਣ ਦੇ ਤੁੱਲ ਹੈ ਗੁਰਸਿੱਖੀ, ਇਹਦੀ ਕਮਾਈ। ਸਾਧ ਨਾ ਪੁੱਜੈ ਲੱਖ ਲੱਖ ਮੇਵਾ, ਅਤੇ ਗੁਰਸਿੱਖੀ ਦਾ ਜਿਹੜਾ ਸਵਾਦ ਹੈ, ਗੁਰਸਿੱਖੀ ਕਮਾ ਕੇ ਜੋ ਰਸ, ਜੋ ਆਨੰਦ ਹੈ, ਉਸ ਸਵਾਦ ਨੂੰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਲੱਖਾਂ ਹੀ ਮੇਵੇ ਪੁੱਜ ਨਹੀਂ ਸਕਦੇ, ਲੱਖਾਂ ਹੀ ਫਲਾਂ ਦਾ ਸਵਾਦ, ਰਸ ਗੁਰਸਿੱਖੀ ਦੀ ਬਰਾਬਰਤਾ ਨਹੀਂ ਕਰ ਸਕਦਾ। ਉਹ ਫਲਾਂ ਦਾ ਸਵਾਦ ਫਿੱਕਾ ਹੀ ਰਹਿ ਜਾਂਦਾ ਹੈ, ਗੁਰਸਿੱਖੀ ਦਾ ਰਸ ਸਵਾਦ ਇੰਨਾ ਹੈ। ਐਵੇਂ ਥੋੜ੍ਹੀ ਗੁਰੂ ਕੇ ਸਿੱਖਾਂ ਨੇ ਬੰਦ ਕਟਾ ਲਿਆ। ਭਾਈ ਮਨੀ ਸਿੰਘ ਨੂੰ ਕਹਿੰਦੇ ਸੀ ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ, ਗੁਰਸਿੱਖੀ ਛੱਡ ਦੇ, ਅਤੇ ਭਾਈ ਮਨੀ ਸਿੰਘ ਨੇ ਪਤਾ ਕੀ ਜਵਾਬ ਦਿੱਤਾ ਸੀ? ਦੇਹੀ ਕਿਸ ਕੀ ਬਾਪੁਰੀ ਜੇ ਸਿੱਖੀ ਸਾਬਤ ਹੋਏ, ਦੇਹੀ ਤੋਂ ਆਵਨ ਜਾਨ ਹੈ ਸਿੱਖੀ ਮਿਲੇ ਕਬ ਕੋਏ। ਕਹਿੰਦੇ ਸਰੀਰ ਦਾ ਕੀ ਹੈ, ਤਾਂ ਆਉਣ ਜਾਣ ਵਾਲਾ ਹੈ, ਪਰ ਸਿੱਖੀ ਇੱਦਾਂ ਥੋੜ੍ਹੀ ਕਦੇ ਮਿਲਦੀ ਹੈ। 90 ਸਾਲ ਦੀ ਉਮਰ ਮੈਂ ਭੋਗ ਲਈ ਹੈ, ਅਤੇ ਤੁਸੀਂ ਕਹਿੰਦੇ ਸਿੱਖੀ ਛੱਡ ਦਿਓ। ਹੁਣ ਤੱਕ ਗੁਰੂ ਦੇ ਦਰ 'ਤੇ ਸੇਵਾ ਕੀਤੀ, ਕਦੇ ਮੂੰਹ ਨਹੀਂ ਮੋੜਿਆ, ਅਤੇ ਹੁਣ ਕਿਵੇਂ ਗੁਰੂ ਤੋਂ ਬੇਮੁਖ ਹੋ ਜਾਵਾਂ? ਤੂੰ ਆਪਣਾ ਕੰਮ ਕਰ ਜਲਾਦ, ਬੰਦ ਕੱਟ, ਮੈਂ ਗੁਰੂ ਕੀ ਬਾਣੀ ਦਾ ਜਾਪ ਕਰਦਾ ਹਾਂ। ਸਿੱਖੀ ਬੜੀ ਅਮੋਲਕ ਹੈ। ਲੱਖਾਂ ਹੀ ਫਲਾਂ ਦੇ ਰਸ ਸਿੱਖੀ ਦੇ ਰਸ ਸਵਾਦ ਦੇ ਬਰਾਬਰ ਨਹੀਂ ਪਹੁੰਚ ਸਕਦੇ। ਸਾਧ ਸੰਗਤ ਗੁਰ ਸ਼ਬਦ ਸਮੇਵਾ, ਸਾਧ ਸੰਗਤ ਦੇ ਵਿੱਚ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਹੀ ਗੁਰਸਿੱਖੀ ਦੇ ਵਿੱਚ ਸਮਾਇਆ ਜਾ ਸਕਦਾ ਹੈ। ਜਿਹੜਾ ਸਾਧ ਸੰਗਤ ਕਰਦਾ ਹੈ, ਗੁਰੂ ਸ਼ਬਦ ਦੀ ਕਮਾਈ ਕਰਦਾ ਹੈ, ਉਹ ਗੁਰਸਿੱਖ ਗੁਰਸਿੱਖੀ ਦੇ ਵਿੱਚ ਲੀਨ ਹੋ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ 28ਵੀਂ ਵਾਰ ਦੇ ਵਿੱਚ ਗੁਰਸਿੱਖੀ ਅਮੋਲਕ ਹੈ, ਇਹਦੇ ਭੇਦ ਨੂੰ ਕੋਈ ਨਹੀਂ ਜਾਣ ਸਕਦਾ। ਸਿੱਖੀ ਨੂੰ ਕਮਾਉਣ ਵਾਲਾ ਉਹ ਮਨ ਦੀਆਂ ਇੱਛਾਵਾਂ ਨੂੰ ਤਿਆਗ ਦਿੰਦਾ ਹੈ। ਸੋ ਗੁਰਸਿੱਖੀ ਦਾ ਹੀ ਜ਼ਿਕਰ ਇਸ ਵਾਰ ਦੇ ਵਿੱਚ ਕਰ ਰਹੇ ਹੈ। ਸਤਿਗੁਰੂ ਮਿਹਰ ਕਰਨ। ਸੋ ਇੱਥੋਂ ਤੱਕ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਸਿਲ ਅਲੂਣੀ ਚਟਣੀ ਸਾਧ ਨ ਪੁੱਜੈ ਲੱਖ ਲੱਖ ਮੇਵਾ, ਸਾਧ ਸੰਗਤ ਗੁਰ ਸ਼ਬਦ ਸਮੇਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।